हर हर ਜੋ ਪੰਜਵੇਂ ਗੁਰੂਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਚਨਾ ਹੈ ਅਤੇ ਜੋ 2 ਸ਼ਲੋਕ ਇਹਦੇ ਵਿੱਚ ਆਏ ਨੇ ਉਹਨਾਂ ਦੇ ਉੱਪਰ ਵੀ ਸਿਰਲੇਖ ਮਹੱਲਾ 5ਵਾਂ ਹੀ ਹੈ। ਇਸ ਲਈ ਇਹ ਦੋਨੇ ਸ਼ਲੋਕ ਵੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੀ ਰਚਨਾ ਹਨ। ਸਭ ਤੋਂ ਵੱਧ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਦਰਜ ਹੈ, ਕਿਉਂਕਿ ਆਪ ਜੀ ਨੂੰ ਬਾਣੀ ਕੇ ਬੋਹਿਤ ਹੋਣ ਦਾ ਵਰਦਾਨ ਮਿਲਿਆ। ਦੋਹਿਤਾ ਬਾਣੀ ਕਾ ਬੋਹਿਤਾ। ਸਤਿਗੁਰੂ ਸਾਹਿਬਾਨ ਜੀ ਦੀ, ਭਗਤ ਸਾਹਿਬਾਨ ਜੀ ਦੀ ਅੰਮ੍ਰਿਤ ਬਾਣੀ ਨੂੰ ਆਪ ਜੀ ਨੇ ਸੰਪਾਦਿਤ ਕਰਨ ਦਾ ਮਹਾਨ ਵੱਡਾ ਕਾਰਜ ਕੀਤਾ। ਭਾਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਬਾਅਦ ਸਮੇਂ ਦੀ ਸਰਕਾਰ ਦੇ ਵੱਲੋਂ ਸਿੱਖ ਧਰਮ ਨੂੰ ਨਾਮ ਸਮਝਣ ਵਾਲੇ ਕੱਟੜ ਸ਼ਰਈ ਲੋਕਾਂ ਦੇ ਵੱਲੋਂ ਆਪ ਜੀ ਦੇ ਅੱਗੇ ਇਹ ਸ਼ਰਤ ਵੀ ਰੱਖੀ ਗਈ ਕਿ ਤੁਸੀਂ ਇਹਦੇ ਵਿੱਚ ਮੁਹੰਮਦ ਸਾਹਿਬ ਦਾ ਕਲਾਮ ਦਰਜ ਕਰ ਦਿਓ। ਸਤਿਗੁਰੂ ਜੀ ਨੇ ਕਿਹਾ ਨਹੀਂ, ਇਹ ਤੁਰਕੀ ਬਾਣੀ ਹੈ, ਇਲਾਹੀ ਬਾਣੀ ਹੈ, ਇਹ ਰੱਬੀ ਜੋਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ। ਇਹਦੇ ਵਿੱਚ ਕੋਈ ਹੋਰ ਬਾਣੀ, ਹੋਰ ਕਲਾਮ ਨਹੀਂ ਪਾਇਆ ਜਾ ਸਕਦਾ। ਭਾਵੇਂ ਕਿ ਸਤਿਗੁਰੂ ਜੀ ਨੂੰ ਸ਼ਹਾਦਤ ਦੇਣੀ ਪਈ, ਪਰ ਇਸ ਰੱਬੀ ਬਾਣੀ ਨੂੰ ਪਾਤਸ਼ਾਹ ਜੀ ਨੇ ਮਹਿਫੂਜ਼ ਰੱਖਣ ਵਾਸਤੇ ਬਹੁਤ ਵੱਡੀ ਸ਼ਹਾਦਤ ਦਿੱਤੀ ਹੈ। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਆਪ ਬਾਣੀ ਦਾ ਅਦਬ ਸਤਿਕਾਰ ਕੀਤਾ ਹੈ, ਡਟ ਕੇ ਪਹਿਰਾ ਦਿੱਤਾ ਹੈ। ਸੋ ਐਸੇ ਦੀਨ ਦਇਆਲ ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਅੰਦਰ ਜੋ ਉਪਦੇਸ਼ ਸਾਨੂੰ ਦੇ ਰਹੇ ਨੇ, ਆਓ ਸਾਧ ਸੰਗਤ ਪਿਆਰ ਸਹਿਤ ਗੁਰੂ ਬਖਸ਼ੀ ਮਤ ਅਨੁਸਾਰ ਸ਼ਬਦ ਦੀ ਵਿਚਾਰ ਨਾਲ ਜੁੜੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ 5ਵਾਂ। ਜਾ ਕਉ ਭੈ ਕਿਰਪਾਲ ਪ੍ਰਭ, ਹਰ ਹਰ ਸਈ ਜਪਾਤ। ਜਾ ਕਉ ਭਾਵ ਜਿਨ੍ਹਾਂ ਨੂੰ ਵੀ, ਜਿਨ੍ਹਾਂ ਗੁਰਮੁਖ ਜਨਾਂ ਨੂੰ, ਭਗਤ ਜਨਾਂ ਨੂੰ ਪ੍ਰਭੂ ਨੇ ਬਖਸ਼ਿਸ਼ ਕਰ ਦਿੱਤੀ ਹੈ। ਪ੍ਰਭੂ ਜਿਨ੍ਹਾਂ ਦੇ ਉੱਪਰ ਕਿਰਪਾਲ, ਕਿਰਪਾ ਦਾ ਘਰ, ਕਿਰਪਾ ਪਲਸ ਆਲਿਆ, ਦਇਆ ਪਲਸ ਆਲਿਆ, 2 ਸ਼ਬਦਾਂ ਦੇ ਸੁਮੇਲ ਤੋਂ ਇਹ ਸ਼ਬਦ ਬਣਦੇ ਹਨ। ਕਿਰਪਾਲ ਦਾ ਅਰਥ ਹੈ ਕਿਰਪਾ ਦਾ ਘਰ ਜੋ ਪ੍ਰਭੂ ਹੈ, ਜਿਹਦੇ ਘਰ ਵਿੱਚ ਬਖਸ਼ਿਸ਼ ਹੀ ਬਖਸ਼ਿਸ਼ ਹੈ, ਦਇਆ ਹੀ ਦਇਆ ਹੈ। ਜਿਨ੍ਹਾਂ ਉੱਪਰ ਉਸ ਵਾਹਿਗੁਰੂ ਜੀ ਨੇ ਕਿਰਪਾ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ। ਹਰ ਹਰ ਸਈ ਜਪਾਤ, ਉਹੀ ਵਾਹਿਗੁਰੂ ਦਾ ਨਾਮ ਜਪਦੇ ਨੇ, ਉਹੀ ਨਾਮ ਸਿਮਰਦੇ ਨੇ। ਕਿਉਂਕਿ ਸਾਧ ਸੰਗਤ ਉਹਦੀ ਕਿਰਪਾ ਤੋਂ ਬਿਨਾਂ ਨਾਮ ਨਹੀਂ ਜਪਿਆ ਜਾਂਦਾ। ਇਸੇ ਲਈ ਪਾਤਸ਼ਾਹ ਜੀ ਨੇ ਗੁਰਪ੍ਰਸਾਦ ਦੀ ਗੱਲ ਸਾਰੀ ਬਾਣੀ ਵਿੱਚ ਕੀਤੀ ਹੈ। ਨਾਮ ਦੀ ਦਾਤ ਉਹਦੇ ਦਰ ਤੋਂ ਮੰਗੀ ਹੈ। ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋਂ ਪਾਏ। ਸਤਿਗੁਰੂ ਜੀ ਕਹਿੰਦੇ ਉਹੀ ਸਿਮਰਦੇ ਨੇ ਜਿਨ੍ਹਾਂ ਨੂੰ ਆਪ ਕਿਰਪਾ ਕਰਕੇ ਸਿਮਰਨ ਦੀ ਦਾਤ ਉਹ ਦਿੰਦਾ ਹੈ। ਦੋਵੇਂ ਗੱਲਾਂ ਇੱਕ ਦੂਜੇ ਦੀਆਂ ਪੂਰਕ ਨੇ, ਤੇ ਜਿਹੜੇ ਉਹਦੇ ਦਰ ਤੋਂ ਇਹ ਦਾਤ ਮੰਗ ਲੈਂਦੇ ਨੇ ਉਹਨਾਂ ਨੂੰ ਦੇ ਦਿੰਦਾ ਹੈ। ਜਿਨ੍ਹਾਂ ਦੇ ਉੱਪਰ ਉਹਦੀ ਦ੍ਰਿਸ਼ਟੀ ਹੋ ਜਾਂਦੀ ਹੈ, ਇਹ ਤਾਂ ਗੱਲ ਮੰਨਣੀ ਪਵੇਗੀ ਕਿ ਭਾਵੇਂ ਸਾਰੇ ਜੀਵ ਮਨੁੱਖ ਉਸ ਵਾਹਿਗੁਰੂ ਦੇ ਪੈਦਾ ਕੀਤੇ ਨੇ, ਪਰ ਕਰਮਾਂ ਦੇ ਅਨੁਸਾਰ ਕਿਸੇ ਉੱਪਰ ਉਹਦੀ ਦ੍ਰਿਸ਼ਟੀ ਜਿਹੜੀ ਹੈ ਬਹੁਤ ਜ਼ਿਆਦੀ ਹੈ, ਕਿਸੇ ਨਾਲ ਉਹਦਾ ਬਹੁਤ ਪ੍ਰੇਮ ਹੈ, ਕਿਸੇ ਦੇ ਉੱਪਰ ਦ੍ਰਿਸ਼ਟੀ ਜਿਹੜੀ ਉਹ ਘੱਟ ਹੈ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋਰੀ ਕਿਸੇ ਹੈ ਕਨੇਰੀ। ਇਹ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਜੀ ਵੀ ਮੰਨਦੇ ਨੇ। ਉਹਨਾਂ ਉੱਪਰ ਨਜ਼ਰ ਹੈ ਜਿਨ੍ਹਾਂ ਵਿੱਚ ਚੰਗਿਆਈਆਂ ਨੇ, ਜਿਨ੍ਹਾਂ ਵਿੱਚ ਗੁਣ ਨੇ, ਜਿਨ੍ਹਾਂ ਨੇ ਉਸ ਪ੍ਰਭੂ ਨਾਲ ਪ੍ਰੇਮ ਕੀਤਾ ਹੈ, ਉਹਨਾਂ ਨਾਲ ਉਹਦੀ ਨੇੜਤਾ ਹੈ, ਉਹਨਾਂ ਉੱਪਰ ਉਹਦੀ ਕਿਰਪਾ ਹੈ, ਉਹਨਾਂ ਉੱਪਰ ਦ੍ਰਿਸ਼ਟੀ ਹੈ।
ਜਿਹੜੇ ਉਸ ਵਾਹਿਗੁਰੂ ਦੇ ਹੁਕਮ ਤੋਂ ਵਿਪਰੀਤ ਚੱਲਣ ਵਾਲੇ ਨੇ, ਹਰਨਾਕਸ਼ ਦੀ ਮੱਤ ਧਾਰਨ ਕਰਨ ਵਾਲੇ ਨੇ, ਉਹਨਾਂ ਵੱਲ ਉਸ ਵਾਹਿਗੁਰੂ ਦੀ ਪਿੱਠ ਹੈ, ਉਹਨਾਂ ਨਾਲ ਪ੍ਰੇਮ ਨਹੀਂ ਹੈ, ਕਿਉਂਕਿ ਉਹਨਾਂ ਪ੍ਰੇਮ ਕੀਤਾ ਨਹੀਂ। ਐਸੇ ਭੁੱਲੜ ਜੀਵ ਜਿਹੜੇ ਪਦਾਰਥ ਨਾਲ ਪ੍ਰੇਮ ਕਰਦੇ ਨੇ, ਜਿਨ੍ਹਾਂ ਨੂੰ ਦਾਤਾਂ ਪਿਆਰੀਆਂ ਲੱਗਦੀਆਂ ਨੇ, ਉਹਨਾਂ ਨੂੰ ਦਾਤਾਰ ਵਿਸਰ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ, ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਜਿਹੜੇ ਦਾਤਾਰ ਨੂੰ ਭੁੱਲ ਕੇ ਕੇਵਲ ਦਾਤਾਂ ਨਾਲ ਦੂਜੇ ਭਾਵ ਵਿੱਚ ਧਾਤ ਦੇ ਰਾਹ ਤੇ ਤੁਰਦੇ ਨੇ, ਲਿਵ ਦਾ ਮਾਰਗ ਛੱਡ ਜਾਂਦੇ ਨੇ, ਉਹਨਾਂ ਉੱਪਰ ਉਹਦੀ ਨਜ਼ਰ ਜਿਹੜੀ ਹੈ ਉਹ ਨਹੀਂ ਹੈ। ਉਹਨਾਂ ਤੇ ਕਿਰਪਾ ਹੈ ਜਿਹੜੇ ਹੁਕਮ ਵਿੱਚ ਤੁਰਦੇ ਨੇ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਇੱਕ ਹੁਕਮ ਦੇ ਵਿੱਚ ਬਖਸ਼ੇ ਜਾਂਦੇ ਨੇ ਜੋ ਹੁਕਮ ਰਜਾ ਵਿੱਚ ਤੁਰ ਕੇ ਨਾਮ ਜਪਦੇ ਨੇ। ਇੱਕ ਜਿਹੜੇ ਉਹਦੇ ਹੁਕਮ ਤੋਂ ਬਾਹਰ ਚਲੇ ਜਾਂਦੇ ਨੇ, ਮਨ ਦੇ ਪਿੱਛੇ ਤੁਰ ਪੈਂਦੇ ਨੇ, ਸਤਿਗੁਰੂ ਜੀ ਕਹਿੰਦੇ ਉਹ ਭਵਾਏ ਜਾਂਦੇ ਨੇ। ਉਹਨਾਂ ਨੂੰ 84 ਦਾ ਗੇੜ ਹੈ, ਉਹ ਪਰੇ ਸੁੱਟ ਦਿੱਤੇ ਜਾਂਦੇ ਨੇ। ਖਰੇ ਪਰਖ ਖਜ਼ਾਨੇ ਪਾਈਏ, ਖੋਟੇ ਸੱਟੀਏ ਬਾਹਰ ਵਾਰ। ਉਹਨਾਂ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ। ਇਸ ਲਈ ਉਹਦੇ ਦਰ ਦੇ ਉੱਪਰ ਨਾਮ ਜਪਣ ਵਾਲੇ ਹੀ ਪ੍ਰਵਾਨ ਹੁੰਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਨਾਮ ਉਹੀ ਜਪਦੇ ਨੇ ਜਿਨ੍ਹਾਂ ਦੇ ਉੱਪਰ ਉਹਦੀ ਬਖਸ਼ਿਸ਼ ਤੇ ਕਿਰਪਾ ਹੁੰਦੀ ਹੈ। ਭਾਵ ਨਾਮ ਜਪ ਕੇ ਅਸੀਂ ਮਨ ਵਿੱਚ ਹੰਕਾਰ ਨਹੀਂ ਕਰਨਾ, ਸੇਵਾ ਕਰਕੇ ਹੰਕਾਰ ਨਹੀਂ। ਇਹ ਤਾਂ ਉਹਦੀ ਕਿਰਪਾ ਹੀ ਹੈ ਕਿ ਤੂੰ ਹੀ ਕਿਰਪਾ ਕਰਕੇ ਜਪਾ ਰਿਹਾ ਹੈ। ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਮਹਾਨ ਲਿਖਾਰੀ ਭਾਈ ਗੁਰਦਾਸ ਸਾਹਿਬ ਜੀ ਨੇ ਇਹੀ ਲਿਖਿਆ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜੋ ਸੁਰਤ ਦੇ ਮਾਰਗ ਦੇ ਉੱਤੇ ਗੁਰੂ ਵਾਲੇ ਪਾਸੇ ਤੁਰਦੇ ਨੇ, ਸਤਿਗੁਰੂ ਕਰੋੜਾਂ ਕਦਮ ਅੱਗੋਂ ਲੈਣ ਵਾਸਤੇ ਆਉਂਦਾ ਹੈ। ਭਾਵ ਸਤਿਗੁਰੂ ਜੀ ਉਸ ਤੋਂ ਕਈ ਗੁਣਾ ਵੱਧ ਪ੍ਰੇਮ ਕਰਦਾ ਹੈ। ਉਹਦੇ ਵਿੱਚ ਵੀ ਪ੍ਰੇਮ ਦੀ ਖਿੱਚ ਹੈ। ਗੋਬਿੰਦ ਭਾਉ ਭਗਤ ਕਾ ਭੁੱਖਾ। ਜਿਹੜੇ ਉਹਦੇ ਮਾਰਗ ਤੇ ਤੁਰਦੇ ਨੇ, ਅੱਖੀਂ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ, ਨਾਨਕ ਹੁਕਮ ਪਛਾਣ ਕੇ ਤੋ ਖਸਮੈ ਮਿਲਣਾ। ਇੱਕ ਉਹ ਮਾਰਗ ਵੀ ਹੈ ਜਿੱਥੇ ਬਿਨਾਂ ਅੱਖਾਂ ਤੋਂ ਵੇਖੇ, ਬਿਨਾਂ ਕੰਨਾਂ ਤੋਂ ਸੁਣੇ ਔਰ ਹੱਥਾਂ ਤੋਂ ਬਗੈਰ, ਬਿਨਾਂ ਪੈਰਾਂ ਤੋਂ ਤੁਰਿਆ ਜਾਂਦਾ ਹੈ। ਉਹ ਸੁਰਤ ਦਾ ਮਾਰਗ ਹੈ ਸਾਧ ਸੰਗਤ, ਜਿਸ ਦੇ ਉੱਤੇ ਰੱਬ ਦੇ ਪਿਆਰੇ ਤੁਰਦੇ ਹਨ। ਸਤਿਗੁਰੂ ਜੀ ਕਹਿੰਦੇ ਜਿਹੜੇ ਉਸ ਮਾਰਗ ਤੇ ਤੁਰਦੇ ਨੇ, ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਇੱਕ ਵਾਰ ਪ੍ਰੇਮ ਨਾਲ ਵਾਹਿਗੁਰੂ ਆਖਦੇ ਨੇ ਤੇ ਪਰਮੇਸ਼ਰ ਫਿਰ ਉਹਨਾਂ ਦੇ ਉੱਪਰ ਐਸੀ ਕਿਰਪਾ ਕਰਦਾ ਹੈ ਕਿ ਉਹਨਾਂ ਦੀ ਰਸਨਾ ਸੁਤੇ ਸਿੱਧ ਹੀ ਵਾਹਿਗੁਰੂ 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 ਸਿਮਰਨ ਲੱਗ ਜਾਂਦੀ ਹੈ। ਸੁਤੇ ਸਿੱਧੇ ਜਿਵੇਂ ਜਿਵੇਂ ਉਹ ਬਖਸ਼ਾਂ ਕਰੀ ਜਾਂਦਾ ਹੈ, ਤਿਵੇਂ ਤਿਵੇਂ ਪ੍ਰਭੂ ਦੇ ਨਾਲ ਪ੍ਰੇਮ ਵਧੀ ਜਾਂਦਾ ਹੈ। ਤੇ ਸਾਧ ਸੰਗਤ ਜਗਿਆਸੂ ਜਿਹੜਾ ਹੈ ਉਹ ਬਾਰ-ਬਾਰ ਫਿਰ ਪ੍ਰਭੂ ਦਾ ਨਾਮ ਜਪਦਾ ਹੈ। ਇੰਨਾ ਨਾਮ ਜਪਣ ਨੂੰ ਚਿੱਤ ਕਰਦਾ ਹੈ ਕਿ ਜੀਵ ਜਿਹੜੀ ਹੈ ਜਪ ਜਪ ਕੇ ਰੱਜਦੀ ਹੀ ਨਹੀਂ। ਇੱਕ ਦੋ ਜੀਭੋਂ ਲੱਖ ਹੋ ਹੈ, ਲੱਖ ਹੋਵੈ ਲੱਖ 20, ਲੱਖ ਲੱਖ ਗੇੜਾ ਆਖੀਐ ਹੈ। ਏਕ ਨਾਮ ਜਗਦੀਸ਼, ਏ ਤਰਾਹੇ ਪਤ ਪਵੜੀਆਂ, ਚੜੀਐ ਹੋਏ 21। ਰੱਬ ਦੇ ਪਿਆਰਿਆਂ ਨੇ ਕਿਹਾ, ਲਾਖ ਜੇਬਾ ਦੇਵੋ ਪ੍ਰਭ ਪਿਆਰੇ, ਮੁਖ ਹਰ ਅਰਾਧੈ ਤੇਰਾ ਰਾਮ। ਲੱਖਾਂ ਹੀ ਜੀਭਾਂ ਬਖਸ਼ਿਸ਼ ਕਰ ਦਿਓ, ਰੋਮ ਰੋਮ ਜੀਭ ਬਣ ਜਾਵੇ ਤਾਂ ਕਰਕੇ ਮੈਂ ਨਾਮ ਜਪ ਜਪ ਕੇ ਤ੍ਰਿਪਤੀ ਨਾ ਹੋਵਾਂ। ਇੰਨੀ ਵੱਡੀ ਭੁੱਖ ਪੈਦਾ ਹੋ ਜਾਵੇ, ਕਿਉਂਕਿ ਨਾਮ ਦੀ ਜਿਹੜੀ ਭੁੱਖ ਹੈ ਸਾਧ ਸੰਗਤ ਸਾਰੇ ਦੁੱਖਾਂ ਨੂੰ ਮਿਟਾਉਣ ਵਾਲੀ ਹੈ। ਜਿਹੜੀ ਪਦਾਰਥ ਦੀ ਭੁੱਖ ਹੈ, ਸੰਸਾਰ ਦੀ ਤ੍ਰਿਸ਼ਨਾ ਹੈ, ਉਹ ਸਾਰੇ ਦੁੱਖਾਂ ਨੂੰ ਜਨਮ ਦੇਣ ਵਾਲੀ ਹੈ। ਦੋਵੇਂ ਗੱਲਾਂ ਇੱਕ ਦੂਜੇ ਦੇ ਵਿਪਰੀਤ ਹਨ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀਏ ਹੰਦੂਖ। ਨਾਮ ਦੀ ਭੁੱਖ ਲੱਗਣ ਦੇ ਨਾਲ ਜਿਵੇਂ ਜਿਵੇਂ ਜਗਿਆਸੂ ਨਾਮ ਜਪਦਾ ਹੈ, ਨਾਮ ਦੀ ਜਪਣ ਦੇ ਨਾਲ ਉਹਦਾ ਮਨ ਜਿਹੜਾ ਹੈ ਰੱਜਦਾ ਹੀ ਨਹੀਂ। ਇੰਨੀ ਭੁੱਖ ਪੈਦਾ ਹੋ ਜਾਵੇ ਕਿ ਬਾਰ-ਬਾਰ ਤੇਰਾ ਨਾਮ ਜਪੀ ਜਾਈਏ। ਬਾਰੰਬਾਰ ਪ੍ਰਭ ਜਪੀਏ
पी अमृत एहो मन तन तरपिए। बार बार नाम जपण वास्ते ते ये बख्शिश उस वाहिगुरू की किरपा दे नाल ही हुंदी है। जिवें जिवें प्रेम बनता है तिवें तिवें जग्यासू बार बार उहदा नाम जपदा है। जपदा जपदा अंत नूं उस प्रभु दे विच ही लीन हो जाता है। ये प्रेम का मार्ग है, हठ योग का मार्ग नहीं। इस करके सतगुरु जी ने कहा प्रेम दे नाल ही हिचै तां प्रेम के चाबक मारो। जे अड़दा है ना तो ये उपर प्रेम दियां चोटां लाउणियां ने। सो इसलिए रब दे प्यारे जिहड़े ने वो प्रभु का नाम जपदे ने, उही जपदे ने जिन्हां दे उपर वो आप किरपा करके हर हर सेई जपात जिन्हां दे कोलों वो नाम आप जपाउंदा है। आप जपाए जपै सो नाओ, आप गवाए सो हर गुण गाओ। नानक प्रीत लगी तिन राम स्यों, भेटत साध संगात। हे नानक तिन्हां प्रभु भगतां दी प्रीत प्रभु राम दे नाल परमेश्वर नाल लग जाती है। किस तरह लगती है? भेटत साध संगात। साध का अर्थ है गुरु। ਜਿਹੜੇ गुरु ਨੂੰ मिल ਪੈਂਦੇ ਨੇ साधु सतगुर जे मिले पाईए गुणी निधान। ਜਿਹੜੇ साध रूप सतगुरु ਨੂੰ मिल ਲੈਂਦੇ ਨੇ। ਜਾਂ ਇਹਦੇ ਦੂਜੇ ਵੀ ਅਰਥ ਨੇ ਗੁਰਮੁਖ ਪਿਆਰਾ ਹੋਵੇ ਕੋਈ, ਗੁਰੂ ਦਾ ਪੂਰਨ ਸਿੱਖ ਹੋਵੇ ਜਿਹੜਾ ਬਾਣੀ ਨਾਮ ਦੇ ਰੰਗ ਵਿੱਚ ਰੰਗਿਆ ਹੋਵੇ, ਉਹਦੀ ਸੰਗਤ ਕਰਨ ਦੇ ਨਾਲ, ਕਿਉਂਕਿ ਗੁਰਮੁਖ ਜਿਹੜਾ ਹੈ ਨਾ ਸਾਧ ਸੰਗਤ ਤੋਂ ਗੁਰੂ ਨਾਲ ਹੀ ਜੋੜੇਗਾ, ਉਹ ਆਪਣੇ ਪਿੱਛੇ ਨਹੀਂ ਲਾਵੇਗਾ। ਜਿਹਨੂੰ ਗੁਰੂ ਦਾ ਭੈ ਹੈ, ਭਾਵਨੀ ਹੈ, ਹੁਕਮ ਭਾਣੇ ਵਿੱਚ ਰਹਿਣ ਵਾਲੇ ਗੁਰਮੁਖ ਨੇ। ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 22 ਮੰਜੀਆਂ ਸਥਾਪਿਤ ਕੀਤੀਆਂ ਸਨ। ਇਹ ਅਧਿਕਾਰ ਉਹਨਾਂ ਗੁਰਮੁਖਾਂ ਨੂੰ ਹੀ ਦਿੱਤਾ ਗਿਆ ਸੀ ਜਿਨ੍ਹਾਂ ਦੇ ਉੱਪਰ ਗੁਰੂ ਨੂੰ ਪੂਰਨ ਵਿਸ਼ਵਾਸ ਸੀ, ਜਿਹੜੇ ਪੂਰਨ ਤੌਰ 'ਤੇ ਬ੍ਰਹਮ ਵਿੱਚ ਲੀਨ ਹੋ ਚੁੱਕੇ ਸਨ। ਐਂ ਕਹਿ ਲਈਏ ਗੁਰੂ ਦਾ ਗਿਆਨ ਪਾ ਕੇ ਬ੍ਰਹਮ ਗਿਆਨੀ ਦੀ ਅਵਸਥਾ ਪ੍ਰਾਪਤ ਕਰ ਚੁੱਕੇ ਸਨ। ਐਸੇ ਗੁਰਮੁਖਾਂ ਨੂੰ ਸਤਿਗੁਰੂ ਜੀ ਨੇ ਪੂਰਨ ਅਧਿਕਾਰ ਦਿੱਤੇ ਹੋਏ ਸੀ ਕਿ ਤੁਸੀਂ ਗੁਰੂ ਨਾਨਕ ਦੀ ਸਿੱਖੀ ਜਿਹੜੀ ਹੈ ਇਹਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ, ਸੰਗਤਾਂ ਨੂੰ ਨਾਮਦਾਨ ਵੰਡਣਾ ਹੈ। ਤਾਂ ਐਸੇ ਗੁਰਮੁਖ ਜਿਹੜੇ ਨੇ ਦੂਰ ਦਰਾਡੇ ਗੁਰੂ ਸਾਹਿਬ ਜੀ ਤੋਂ ਕਈ ਕੋਹਾਂ ਦੂਰੀ ਤੇ ਬੈਠੇ ਦੇਸਾਂ ਪ੍ਰਦੇਸਾਂ ਦੇ ਅੰਦਰ ਸਤਿਗੁਰੂ ਜੀ ਦੀ ਪਵਿੱਤਰ ਸਿੱਖੀ ਦਾ, ਬਾਣੀ ਦਾ, ਨਾਮ ਦਾ ਪ੍ਰਚਾਰ ਕਰਦੇ ਰਹੇ। ਸੋ ਐਸੇ ਗੁਰਮੁਖ ਜਿਹੜੇ ਨੇ ਉਹਨਾਂ ਦੇ ਚਰਨ ਵੀ ਪੂਜਣਯੋਗ ਹੁੰਦੇ ਨੇ। ਜਿਵੇਂ ਗੁਰੂ ਰਾਮਦਾਸ ਜੀ ਨੇ ਐਸੇ ਗੁਰਮੁਖਾਂ ਮਸੰਦਾਂ ਨੂੰ ਸੇਵਾ ਦਿੱਤੀ ਹੈ। ਭਾਈ ਗੁਰਦਾਸ ਸਾਹਿਬ ਜੀ ਵਰਗੇ, ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰਮੁਖ ਜਨਾਂ ਨੂੰ ਅੱਗੇ ਗੁਰਮਤਿ ਪ੍ਰਚਾਰ ਦੀਆਂ ਸੇਵਾਵਾਂ ਸਤਿਗੁਰੂ ਨੇ ਬਖਸ਼ਿਸ਼ ਕੀਤੀਆਂ ਨੇ। ਉਹਨਾਂ ਦੇ ਪਰਥਾਏ ਸਤਿਗੁਰੂ ਦਾ ਕਹਿਣਾ ਹੈ, ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਕਿਉਂਕਿ ਸਾਧ ਸੰਗਤ ਪੂਰਨ ਸੰਤ ਦੇ ਗੁਣ ਵੀ ਬਾਣੀ ਵਿੱਚ ਲਿਖੇ ਹੋਏ ਨੇ, ਤੇ ਜਿਹੜੇ ਅਪੂਰਨ ਨੇ, ਅਧੂਰੇ ਨੇ, ਉਹਨਾਂ ਦਾ ਜ਼ਿਕਰ ਵੀ ਬਾਣੀ ਵਿੱਚ ਆਇਆ ਹੈ। ਨਕਲੀ ਸਾਧਾਂ ਦੀ ਗੱਲ ਵੀ ਬਾਣੀ ਵਿੱਚ ਆਈ ਹੈ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨੂੰ ਇੱਕ ਇੱਕ ਸਵਾਸ ਵਾਹਿਗੁਰੂ ਦੀ ਯਾਦ ਨਹੀਂ ਵਿਸਰਦੀ, ਸਤਿਗੁਰੂ ਜੀ ਕਹਿੰਦੇ ਉਹ ਪੂਰਨ ਸੰਤ ਨੇ। ਸਹਿਸਕ੍ਰਿਤੀ ਦੇ ਅੰਦਰ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੂਰਨ ਪੁਰਖਾਂ ਦੀ ਪਰਿਭਾਸ਼ਾ ਦਿੱਤੀ ਹੋਈ ਹੈ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨੈ, ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੈ, ਦਇਆਲੰ ਸਰਬੱਤਰ ਜੀਆਂ ਪੰਚ ਦੋਖ ਬਿਵਰਜਤੈ, ਉਪਦੇਸੰ ਕੀਰਤਨ ਰਾਮ ਨਾਮ ਗੁਣ ਕੀਰਤਨੈ, ਭੋਜਨੰ ਗੋਪਾਲ ਕੀਰਤਨੰ ਰਾਮ ਨਾਮ ਗੁਣ ਕੀਰਤਨੈ। ਪ੍ਰਭੂ ਦੇ ਕੀਰਤਨ ਨੂੰ ਹੀ ਆਪਣਾ ਭੋਜਨ ਬਣਾਉਂਦੇ ਨੇ। ਗੁਣਾਂ ਦਾ ਕੀਰਤਨ ਕਰਕੇ, ਨਾਮ ਜਪ ਕੇ ਹੀ ਆਪਣੀ ਤ੍ਰਿਪਤੀ ਕਰਦੇ ਨੇ। ਜਿਹੜੇ ਸਦਾ ਹੀ ਵਾਹਿਗੁਰੂ ਦੇ ਰਾਮ ਨਾਮ ਮੰਤਰ ਵਿੱਚ ਜੁੜੇ ਰਹਿੰਦੇ ਨੇ, ਧਿਆਨੰ ਸਰਬੱਤਰ ਪੂਰਨ ਹੈ, ਤੇ ਉਹਨਾਂ ਦਾ ਧਿਆਨ ਉਸ ਪਰਮੇਸ਼ਰ ਵਿੱਚ ਹੈ ਜੋ ਸਰਬ ਕਲਾ ਸਮਰੱਥ ਘਟ ਘਟ ਦੇ ਵਿੱਚ ਵਸਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ, ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਿਤੋਜ ਸਭੈ ਜਗ ਛਾਇਓ।
ਉਸ ਪਰਮੇਸ਼ਰ ਦਾ ਧਿਆਨ ਧਰਨਾ ਹੈ ਜੋ ਪਰਮੇਸ਼ਰ ਕਣ ਕਣ ਦੇ ਵਿੱਚ ਸਮਾਇਆ ਹੈ। ਤੇ ਸਾਧ ਸੰਗਤ ਜਿਹੜੇ ਪੂਰਨ ਸੰਤ ਨੇ, ਸਤਿਗੁਰੂ ਜੀ ਕਹਿੰਦੇ ਗੁਰੂ ਦੇ ਮੰਤਰ ਨਾਲ ਜੁੜੇ ਰਹਿੰਦੇ ਨੇ, ਉਪਦੇਸ਼ ਨਾਲ ਜੁੜੇ ਰਹਿੰਦੇ ਨੇ। ਉਹਨਾਂ ਦਾ ਧਿਆਨ ਪਰਮੇਸ਼ਰ ਦੇ ਚਰਨਾਂ ਵਿੱਚ ਹੀ ਲੀਨ ਰਹਿੰਦਾ ਹੈ। ਗਿਆਨੰ ਸਮ ਦੁੱਖ ਸੁਖੰ, ਦੁੱਖ ਸੁੱਖ ਦੇ ਵਿੱਚ ਗਿਆਨ ਵਿੱਚ ਬਿਰਤੀ ਟਿਕਾ ਕੇ ਉਹ ਪਾਪ ਪੁੰਨ ਤੋਂ, ਦੁੱਖ ਸੁੱਖ ਤੋਂ, ਖੁਸ਼ੀ ਗਮੀ ਤੋਂ ਨਿਰਲੇਪ ਰਹਿੰਦੇ ਨੇ। ਜੁਗਤ ਨਿਰਮਲ ਨਿਰਵੈਰ ਨੇ। ਤੇ ਉਹਨਾਂ ਦੇ ਜੀਵਨ ਦੀ ਜਿਹੜੀ ਜੁਗਤ ਵਰਤੋਂ ਵਿਹਾਰ ਹੈ ਨਾ, ਉਹ ਵੀ ਬੜਾ ਪਵਿੱਤਰ ਹੁੰਦਾ ਹੈ ਤੇ ਵੈਰ ਰਹਿਤ ਹੁੰਦਾ ਹੈ। ਦਇਆਲੰ ਸਰਬੱਤਰ ਜੀਆਂ, ਸਾਰਿਆਂ ਜੀਵਾਂ ਦੇ ਉੱਤੇ ਦਇਆਲੂ ਹੁੰਦੇ ਨੇ। ਪੰਜ ਦੋਖ ਵਿਵਰਜਿਤ ਹੈ, ਜਿਹੜੇ ਪੰਜ ਦੋਖ ਨੇ ਸ਼ਬਦ ਰਸ ਸਪਰਸ਼ ਰੂਪ ਗੰਧ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ, ਇਹਨਾਂ ਨੂੰ ਵਰਜ ਕੇ ਰੱਖਦੇ ਨੇ, ਪਰੇ ਰੱਖਦੇ ਨੇ। ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ। ਗੋਪਾਲ ਦੇ ਕੀਰਤਨ ਨੂੰ ਭੋਜਨ ਬਣਾਉਂਦੇ ਨੇ ਤੇ ਸੰਸਾਰ ਦੇ ਵਿੱਚ ਮਾਇਆ ਦੇ ਵਿੱਚ ਨਿਰਲੇਪ ਰਹਿੰਦੇ ਹਨ। ਉਪਦੇਸੰ ਸਮ ਮਿੱਤਰ ਸਤਰੈ ਭਗਵੰਤ ਭਗਤ ਭਾਵਨੀ, ਕੋਈ ਮਿੱਤਰ ਆ ਜਾਵੇ, ਕੋਈ ਦੁਸ਼ਮਣ ਆ ਜਾਵੇ, ਸਾਰਿਆਂ ਨੂੰ ਹੀ ਗੁਰੂ ਦਾ ਇੱਕੋ ਜਿਹਾ ਉਪਦੇਸ਼ ਦਿੰਦੇ ਨੇ। ਭਾਵ ਉਹਨਾਂ ਦੇ ਅੰਦਰ ਦਵੈਸ਼ ਰੂਪੀ ਬਿਰਤੀ ਨਹੀਂ ਤੇ ਹਮੇਸ਼ਾ ਹੀ ਪ੍ਰਭੂ ਦੀ ਭਗਤੀ ਦੇ ਵਿੱਚ ਭਾਵਨਾ ਬਣਾਉਂਦੇ ਨੇ, ਪ੍ਰੇਮ ਲਾ ਕੇ ਰਹਿੰਦੇ ਨੇ। ਉਪਦੇਸੰ ਸਮ ਮਿੱਤਰ ਸਤਰੈ ਭਗਵੰਤ ਭਗਤ ਭਾਵਨੀ, ਪਰ ਨਿੰਦਾ ਨੇ ਸਰੋਤ ਸਰਵਣੰ, ਆਪ ਤਿਆਗ ਸਗਲ ਰੇਣੁਕੈ। ਪਰਾਈ ਨਿੰਦਾ ਆਪਣੇ ਕੰਨਾਂ ਨਾਲ ਨਹੀਂ ਸੁਣਦੇ ਤੇ ਹਉਮੈ ਨੂੰ ਛੱਡ ਕੇ ਸਭਨਾਂ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦੇ ਹਨ। ਇਹ ਜਿਹੜੇ 6 ਲੱਛਣ ਨੇ, ਸਤਿਗੁਰੂ ਜੀ ਕਹਿੰਦੇ ਨਾਨਕ ਪੂਰਨ ਪੁਰਖ ਸਵਜਨੈ, ਖਟ ਲਖਣ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸਵਜਨੈ। ਜਿਨ੍ਹਾਂ ਪੁਰਸ਼ਾਂ ਦੇ ਵਿੱਚ ਇਹ 6 ਗੁਣ ਹਨ, ਉਹਨਾਂ ਨੂੰ ਹੇ ਨਾਨਕ ਪੂਰਨ ਸਾਧੂ ਆਖਿਆ ਜਾਂਦਾ ਹੈ। 9 ਦੁਆਰੇ ਸਾਧ, ਸਾਧ ਸਦਾਇਆ। ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧ ਲਿਆ, ਜਿਨ੍ਹਾਂ ਨੇ ਗਿਆਨ ਕਰਮ ਇੰਦਰੀਆਂ ਨੂੰ ਸਾਧ ਲਿਆ, ਇਹਨਾਂ ਨੂੰ ਪਵਿੱਤਰ ਕਰ ਲਿਆ, ਅਸਲ ਵਿੱਚ ਉਹ ਵੀ ਸਾਧੂ ਹਨ। ਸੋ ਐਸੇ ਸਾਧੂ ਮਿਲ ਜਾਣ, ਐਸੇ ਗੁਰਮੁਖ ਮਿਲ ਜਾਣ ਤੇ ਸਾਧ ਸੰਗਤ ਫਿਰ ਪਰਮੇਸ਼ਰ ਨਾਲ ਪ੍ਰੀਤ ਬਣ ਜਾਂਦੀ ਹੈ। ਚੇਤ ਗੋਬਿੰਦ ਅਰਾਧਿਐ ਹੋਵੇ ਆਨੰਦ ਕਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਐਸੇ ਨਾਮ ਜਪਣ ਵਾਲੇ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਰਸਨਾ ਦੇ ਨਾਲ ਵਾਹਿਗੁਰੂ ਦਾ ਨਾਮ ਉਚਾਰਨਾ, ਜਿਹੜੇ ਆਪ ਨਾਮ ਬਾਣੀ ਵਿੱਚ ਲੀਨ ਹਨ। ਤੋ ਪੂਰਨ ਸਾਧ, ਪੂਰਨ ਗੁਰੂ ਦੀ ਸੰਗਤ ਮਿਲਣ ਦੇ ਨਾਲ ਪਾਤਸ਼ਾਹ ਜੀ ਕਹਿੰਦੇ ਰੱਬ ਦੇ ਭਗਤਾਂ ਦੀ, ਗੁਰਮੁਖ ਜਨਾਂ ਦੀ ਪ੍ਰੀਤ ਜਿਹੜੀ ਹੈ ਉਹ ਰਾਮ ਪ੍ਰਭੂ ਨਾਲ ਬਣ ਜਾਂਦੀ ਹੈ। ਮਹੱਲਾ ਪੰਜਵਾਂ। ਰਾਮ ਰਮਹੁ ਬੜ ਭਾਗੀ ਹੋ, ਜਲ ਥਲ ਮਹੀਲ ਸੋਏ। ਹੇ ਵੱਡੇ ਭਾਗਾਂ ਵਾਲਿਓ, ਬੜ ਭਾਗੀ ਹੋ। ਉਸ ਵਾਹਿਗੁਰੂ ਦਾ ਸਿਮਰਨ ਕਰੋ, ਪ੍ਰਭੂ ਦਾ ਸਿਮਰਨ ਕਰੋ ਜੋ ਪਰਮੇਸ਼ਰ ਜਲ ਥਲ ਮਹੀਲ ਸੋਏ। ਜਲ ਦੇ ਵਿੱਚ, ਥਲ ਦੇ ਉੱਪਰ, ਆਕਾਸ਼ ਵਿੱਚ, ਭਾਵ ਸਾਰਿਆਂ ਥਾਵਾਂ ਤੇ ਵਸ ਰਿਹਾ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਐਸਾ ਪਰਮੇਸ਼ਰ ਜੀ ਦਾ ਘਟ ਘਟ ਵਿੱਚ ਨਿਵਾਸ ਹੈ। ਜਿਹਨੇ ਸਾਨੂੰ ਪੈਦਾ ਕੀਤਾ ਉਹਦਾ ਸਿਮਰਨ ਕਰੋ। ਕਿਉਂਕਿ ਸਾਧ ਸੰਗਤ ਸੰਸਾਰ ਭਰਮ ਵਿੱਚ ਪੈ ਕੇ ਦੇਵੀ ਦੇਵਤਿਆਂ ਦੀ ਪੂਜਾ ਕਰ ਰਹੇ ਨਾ। ਕੋਈ ਰਾਮ ਦਾ ਪੁਜਾਰੀ ਹੈ, ਕੋਈ ਕ੍ਰਿਸ਼ਨ ਦਾ ਪੁਜਾਰੀ ਹੈ, ਕੋਈ ਕਿਸੇ ਦੇਵਤੇ ਨੂੰ ਪੂਜਦਾ ਹੈ, ਕੋਈ ਕਿਸੇ ਨੂੰ ਪੂਜਦਾ ਹੈ। ਪਰ ਸਤਿਗੁਰੂ ਜੀ ਨੇ ਕਿਹਾ ਵੀ ਸਿਮਰਨਾ ਤਾਂ ਇੱਕੋ ਹੀ ਹੈ। ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਾ ਸਮਾਏ। ਇੱਕੋ ਦੇ ਸਿਮਰਨ ਕਰੋ ਜੋ ਘਟ ਘਟ ਵਿੱਚ ਪਰਿਪੂਰਨ ਹੈ। ਜਿਹਨੇ ਤੁਹਾਨੂੰ ਪੈਦਾ ਕੀਤਾ ਹੈ। ਜਿਨ ਤੇਰੀ ਮਨ ਬਣਤ ਬਣਾਈ, ਊਠਤ ਬੈਠਤ ਸਦ ਤਿਸੈ ਧਿਆਈ। ਤਿਸੈ ਧਿਆਏ ਜੋ ਏਕ ਅਲਖ ਹੈ, ਇਹਾਂ ਉਹਾਂ ਨਾਨਕ ਤੇਰੀ ਰਖੈ। ਜਿਹਨੇ ਤੇਰੀ ਬਣਤ ਬਣਾਈ ਹੈ, ਜਿਹਨੇ ਤੈਨੂੰ ਪੈਦਾ ਕੀਤਾ ਹੈ ਨਾ, ਉਹਦਾ ਸਿਮਰਨ ਕਰ। ਉਸ ਚੀਜ਼ ਦਾ ਸਿਮਰਨ ਨਾ ਕਰ, ਉਹਦੀ ਪੂਜਾ ਨਾ ਕਰ ਜਿਹੜੀ ਚੀਜ਼ ਤੂੰ ਆਪ ਸਥਾਪਿਤ ਕੀਤੀ ਹੈ। ਕਬਰ ਮਨੁੱਖ ਆਪ ਬਣਾਉਂਦਾ ਏ। ਮੜੀ ਮੱਟ ਮਨੁੱਖ ਦੇ ਆਪਣੇ ਹੱਥਾਂ ਨਾਲ ਬਣਾਇਆ ਜਾਂਦਾ ਹੈ। ਤੇ ਸਾਧ ਸੰਗਤ ਪੱਥਰ ਦੀਆਂ ਮੂਰਤੀਆਂ ਮਨੁੱਖ ਘੜਦਾ ਹੈ।
पाखान गढ़ कै मूरत कीनी दे कै छाते पाऊं, जे ये मूरत साची है तो गढ़नहारे खाओ। भगत जी कहते जे मूरत सच्ची हुंदी ਤਾਂ ਜਦੋਂ ਘੜਨ ਵਾਲੇ ਨੇ ਛੈਣੀਆਂ ਦੇ ਨਾਲ ਹਥੌੜਿਆਂ ਦੇ ਨਾਲ ਇਹਦੀ ਘਾੜਤ ਘੜੀ ਹੈ ਤਾਂ ਉਦੋਂ ਫਿਰ ਇਹ ਘੜਨ ਵਾਲੇ ਨੂੰ ਖਾ ਜਾਂਦੀ। ਉੱਪਰ ਪੈਰ ਰੱਖ ਕੇ ਛਾਤੀ ਦੇ ਉੱਪਰ ਪੱਥਰ ਘੜਿਆ ਗਿਆ। ਪਰ ਅਗਿਆਨੀ ਲੋਕ ਜਿਹੜੇ ਨੇ ਪੱਥਰਾਂ ਦੀ ਪੂਜਾ ਕਰ ਰਹੇ ਨੇ। ਕਬੀਰ ਪਾਹਣ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ, ਇਸ ਪ੍ਰਭਾਸੈ ਜੋਰ ਹੈ ਬੂਢੇ ਕਾਲੀ ਧਾਰ। ਜਿਹੜੇ ਇਸ ਭਰੋਸੇ ਵਿੱਚ ਰਹਿੰਦੇ ਨੇ ਕਿ ਪੱਥਰ ਵਿੱਚੋਂ ਰੱਬ ਮਿਲ ਜਾਵੇਗਾ। ਕਬੀਰ ਜੀ ਕਹਿੰਦੇ ਉਹ ਮੱਝ ਧਾਰ ਵਿੱਚ ਡੁੱਬ ਜਾਂਦੇ ਨੇ, ਕਿਉਂਕਿ ਪੱਥਰ ਤਾਂ ਆਪ ਨਹੀਂ ਤਰ ਸਕਦਾ ਤੇ ਦੂਸਰੇ ਨੂੰ ਕਿਵੇਂ ਪਾਰ ਕਰੇਗਾ। ਪੱਥਰ ਦੀਆਂ ਤਾਂ ਕੰਕਰਾਂ ਬਣਾ ਕੇ ਪਾਊਡਰ ਬਣਾ ਕੇ ਵੀ ਜੇ ਪਾਣੀ ਉੱਪਰ ਪਾ ਦਈਏ ਤਾਂ ਉਹ ਵੀ ਡੁੱਬ ਜਾਂਦਾ ਹੈ। ਤੇ ਸਾਧ ਸੰਗਤ ਸਤਿਗੁਰੂ ਜੀ ਕਹਿੰਦੇ ਨਾ ਪਾਥਰ ਬੋਲੇ ਨਾ ਕਿਛ ਦੇ, ਫੋਕਟ ਕਰਮ ਨਿਫਲ ਹੈ ਸੇਵ। ਪਰ ਸੰਸਾਰ ਪੱਥਰ ਆਦਿਕ ਦੀ ਪੂਜਾ ਕਰ ਰਿਹਾ ਹੈ, ਦੇਵੀ ਦੇਵਤਿਆਂ ਦੀ ਪੂਜਾ ਕਰ ਰਿਹਾ ਹੈ। ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੋ ਕਿਆ ਦੇ, ਪਾਹਣ ਨੀਰ ਪਖਾਲੀਏ ਭਾਈ, ਜਲ ਮੈਂ ਬੂਢੇ ਤੇ। ਭਰਮੇ ਸੁਰ ਨਰ ਦੇਵੀ ਦੇਵਾ, ਜਿਹੜੇ ਆਪ ਭਰਮ ਵਿੱਚ ਹਨ, ਜਿਹੜੇ ਆਪ ਭਟਕਣਾ ਵਿੱਚ ਹਨ। ਸੋ ਸਤਿਗੁਰੂ ਜੀ ਕਹਿੰਦੇ ਪੂਜਾ ਕਰਨੀ ਹੈ, ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਨਾਮ ਤੋਂ ਬਿਨਾਂ ਉਸ ਪਰਮੇਸ਼ਰ ਦੀ ਕੋਈ ਹੋਰ ਪੂਜਾ ਨਹੀਂ। ਉਹਦੀ ਪੂਜਾ ਕੀ ਹੈ? ਉਹਦਾ ਨਾਮ ਜਪਣਾ ਹੈ। ਬਿਨ ਨਾਮੈ ਹੋਰ ਪੂਜ ਨਾ ਹੋਵਈ, ਭਰਮ ਭੁੱਲੀ ਲੁਕਾਈ। ਲੁਕਾਈ ਦੁਨੀਆ ਭਰਮ ਵਿੱਚ ਹੈ। ਸਤਿਗੁਰੂ ਜੀ ਕਹਿੰਦੇ ਨਾਮ ਤੋਂ ਬਿਨਾਂ ਉਸ ਵਾਹਿਗੁਰੂ ਦੀ ਹੋਰ ਪੂਜਾ ਕੋਈ ਹੈ ਹੀ ਨਹੀਂ। ਉਹਦੀ ਪੂਜਾ ਦਾ ਢੰਗ ਹੀ ਇਹੀ ਹੈ ਕਿ ਉਹਦਾ ਸਿਮਰਨ ਕਰਨਾ, ਉਹਦਾ ਨਾਮ ਜਪਣਾ, ਇਹੀ ਉਸ ਪਰਮੇਸ਼ਰ ਦੀ ਸਭ ਤੋਂ ਵੱਡੀ ਪੂਜਾ ਹੈ। ਇਸੇ ਲਈ ਭਗਤ ਜੀ ਕਹਿੰਦੇ ਨਾ ਤਾਂ ਉਹਨੂੰ ਖੀਰ ਬਣਾ ਕੇ ਦੁੱਧ ਭੇਟ ਕਰਕੇ ਪੂਜਾ ਕੀਤੀ ਜਾ ਸਕਦੀ ਹੈ ਤੇ ਨਾ ਉਹਦੇ ਅੱਗੇ ਫੁੱਲ ਅਰਪਣ ਕਰਕੇ ਪੂਜਾ ਕੀਤੀ ਜਾ ਸਕਦੀ ਹੈ। ਫੁੱਲ ਵੀ ਝੂਠੇ ਕਰ ਦਿੱਤੇ ਨੇ। ਦੂਧ ਤਾਂ ਬਛਰੈ ਥਣੋਂ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਪਾਣੀ ਮੱਛੀ ਨੇ ਗੰਦਾ ਕਰ ਦਿੱਤਾ ਹੈ। ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋਂ, ਅਵਰ ਨਾ ਅਨੂਪ ਫੂਲ ਨਾ ਪਾਵੋਂ। ਮਲਿਆਗਰ ਬੇਰੇ ਹੈ ਭੁਯੰਗਾ, ਬਿਖ ਅੰਮ੍ਰਿਤ ਬਸੈ ਇੱਕ ਸੰਗਾ। ਧੂਪ ਦੀਪ ਨੈਵੇਦੈ ਬਾਸਾ, ਕੈਸੇ ਪੂਜ ਕਰਾਂ ਤੇਰੀ ਦਾਸਾ। ਕਾਹਦੇ ਨਾਲ ਪੂਜਾ ਕਰਾਂ ਉਹਦੀ? ਸਾਰਾ ਕੁਝ ਝੂਠਾ ਹੈ। ਚੰਦਨ ਸੱਪਾਂ ਨੇ ਝੂਠਾ ਕਰ ਦਿੱਤਾ ਹੈ, ਦੁੱਧ ਵੱਛੇ ਨੇ ਕਰ ਦਿੱਤਾ, ਪਾਣੀ ਮੱਛੀ ਨੇ ਮੈਲਾ ਕਰ ਦਿੱਤਾ। ਤੇ ਉਸ ਵਾਹਿਗੁਰੂ ਦੀ ਪੂਜਾ ਕਾਹਦੇ ਨਾਲ ਕਰਾਂ? ਕਹਿੰਦੇ ਤਨ ਮਨ ਅਰਪਾਂ ਪੂਜ ਚੜਾਵੋਂ, ਗੁਰ ਪ੍ਰਸਾਦ ਨਿਰੰਜਨ ਪਾਵੋਂ। ਤਨ ਮਨ ਇਹ ਚੀਜ਼ ਉਹਨੂੰ ਅਰਪਣ ਕਰਨ ਵਾਲੀ ਹੈ ਨਾ। ਜਦੋਂ ਰਾਜੇ ਜਨਕ ਨੇ ਕਿਹਾ ਸੀ ਕਿ ਮੈਂ ਉਸ ਨੂੰ ਗੁਰੂ ਧਾਰਨ ਕਰਨਾ ਹੈ ਜਿਹੜਾ ਰਕਾਬ ਵਿੱਚ ਪੈਰ ਰੱਖ ਕੇ ਘੋੜੇ ਤੇ ਬੈਠਣ ਜਿੰਨੇ ਸਮੇਂ ਦੇ ਵਿੱਚ ਮੈਨੂੰ ਗਿਆਨ ਦੇ ਦੇਵੇ। ਤੇ ਸਾਧ ਸੰਗਤ ਸਮੇਂ ਦਾ ਰਾਜਾ ਸੀ ਜਨਕ, ਬੜਾ ਧਰਮਾਤਮਾ ਮਹਾਂਪੁਰਸ਼ ਹੋਇਆ ਹੈ, ਜਿਸ ਦੀ ਮਹਿਮਾ ਬਾਣੀ ਵਿੱਚ ਵੀ ਆਈ ਹੈ। ਭਗਤ ਖਿਮਾ ਕਰਨਾ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਕੀਤੀ ਹੈ। ਧੰਨ ਧੰਨ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਤੇ ਰਾਜੇ ਜਨਕ ਨੇ ਜਿੰਨੇ ਵੀ ਉਸ ਸਮੇਂ ਦੇ ਧਾਰਮਿਕ ਉਪਦੇਸ਼ ਦੇਣ ਵਾਲੇ ਲੋਕ ਸਨ, ਉਪਦੇਸ਼ਟਾ ਪੰਡਿਤ ਬ੍ਰਾਹਮਣ ਆਦਿਕ ਸਾਰੇ ਬੁਲਾ ਲਏ ਤੇ ਸਾਰੇ ਬੜਾ ਦਾਅਵਾ ਕਰਕੇ ਆਏ ਸਨ ਕਿ ਮੇਰੇ ਤੋਂ ਵੱਡਾ ਕੋਈ ਵਿਦਵਾਨ ਨਹੀਂ, ਮੇਰੇ ਤੋਂ ਵੱਡਾ ਕੋਈ ਗਿਆਨਵਾਨ ਨਹੀਂ। ਤੇ ਉਹਨਾਂ ਨੂੰ ਨਾਲ ਅੰਦਰ ਭੁੱਖ ਵੀ ਸੀ ਵੀ ਹੁਣ ਰਾਜੇ ਜਨਕ ਨੇ ਗੁਰੂ ਧਾਰਨ ਕਰਨਾ, ਤੇ ਜਿਹਨੂੰ ਰਾਜੇ ਜਨਕ ਨੇ ਗੁਰੂ ਧਾਰਨ ਕਰ ਲਿਆ ਮਾਲਾ ਮਾਲ ਹੋ ਜਾਏਗਾ। ਉਹ ਪਦਾਰਥ ਦੀ ਭੁੱਖ ਹੈ। ਇਸ ਕਰਕੇ ਸੱਚੇ ਉਪਦੇਸ਼ਟਾ ਨਹੀਂ ਸਨ, ਅੰਦਰ ਕੱਚਾ ਸੀ, ਮਾਇਆ ਦੇ ਵਿੱਚ ਰੰਗੇ ਹੋਏ ਸਨ, ਰੱਬ ਦੇ ਪ੍ਰੇਮ ਵਿੱਚ ਨਹੀਂ। ਤਾਂ ਬ੍ਰਾਹਮਣਾਂ ਦੀ ਬਹੁਤ ਵੱਡੀ ਸਭਾ ਦੇ ਵਿੱਚ ਕਹਿੰਦੇ ਰਿਸ਼ੀ ਅਸ਼ਟਾਵਕਰ ਜੀ ਆਏ, ਜਿਨ੍ਹਾਂ ਦਾ ਸਰੀਰ ਵਿੰਗਾ ਟੇਢਾ ਸੀਗਾ, 8 ਵਾਲ ਪੈਂਦੇ ਸੀ, ਇਸ ਕਰਕੇ ਉਹਨਾਂ ਨੂੰ ਅਸ਼ਟਾਵਕਰ ਆਖਿਆ ਗਿਆ। ਤੇ ਜਦੋਂ ਅਸ਼ਟਾਵਕਰ ਜੀ ਉਹਦੀ ਸਭਾ ਦੇ ਵਿੱਚ ਆਏ ਤੇ ਬ੍ਰਾਹਮਣ ਜਿਹੜੇ ਸਨ ਉਹਨਾਂ ਨੇ ਵੇਖ ਕੇ ਮਖੌਲ ਉਡਾਇਆ, ਹੱਸਣ ਲੱਗ ਪਏ। ਤੇ ਅਸ਼ਟਾਵਕਰ ਜੀ ਕਹਿਣ ਲੱਗੇ, ਰਾਜਨ ਇਹ ਤੁਸੀਂ ਇੰਨੇ ਚਮਿਆਰ ਕਿੱਥੋਂ ਇਕੱਠੇ ਕੀਤੇ ਨੇ?
ਬ੍ਰਾਹਮਣ ਸੜ ਬਲ ਕੇ ਕੋਲਾ ਹੋ ਗਏ। ਉਹ ਕਹਿੰਦੇ ਸਭਾ ਵਿੱਚ ਸਾਡੀ ਤੋਹੀਨ ਕੀਤੀ, ਉੱਚ ਜਾਤੀ ਅਸੀਂ ਬ੍ਰਾਹਮਣ, ਬ੍ਰਹਮਾ ਦੇ ਮੁੱਖ ਦੇ ਵਿੱਚੋਂ ਅਸੀਂ ਪੈਦਾ ਹੋਏ ਤੇ ਇਹਨੇ ਸਾਡੀ ਤੋਹੀਨ ਕੀਤੀ, ਸਾਨੂੰ ਚਮਿਆ ਰੱਖਿਆ ਹੈ। ਅਸ਼ਟਾਵਕਰ ਜੀ ਨੂੰ ਪੁੱਛਿਆ ਗਿਆ ਤੁਸੀਂ ਇਹਨਾਂ ਨੂੰ ਚਮਿਆਰ ਕਿਉਂ ਕਿਹਾ? ਉਹ ਕਹਿੰਦੇ ਇਹਨਾਂ ਦੀ ਬਿਰਤੀ ਚੰਮ ਤੱਕ ਸੀਮਤ ਹੈ। ਇਹਨਾਂ ਨੇ ਮੇਰਾ ਹੱਡ ਮਾਸ ਵੇਖਿਆ, ਮੇਰਾ ਸਰੀਰ ਵੇਖਿਆ, ਪਰ ਇਹਨਾਂ ਕੋਲੇ ਗਿਆਨ ਨੂੰ ਸਮਝਣ ਵਾਲੀ ਅੱਖ ਨਹੀਂ। ਇਸ ਕਰਕੇ ਚੰਮ ਦੇ ਯਾਰ ਨੇ ਮੈਂ ਇਹਨਾਂ ਨੂੰ ਤਾਂ ਚਮਿਆ ਰੱਖਿਆ ਹੈ। ਸਮਾਂ ਆਇਆ, ਬ੍ਰਾਹਮਣਾਂ ਨੇ ਵੱਖ-ਵੱਖ ਤਰ੍ਹਾਂ ਤਰੀਕਿਆਂ ਨਾਲ ਰਾਜੇ ਜਨਕ ਨੂੰ ਉਪਦੇਸ਼ ਦੇਣ ਦਾ ਯਤਨ ਕੀਤਾ, ਪਰ ਸਾਧ ਸੰਗਤ ਕਿਸੇ ਵੀ ਤਰ੍ਹਾਂ ਰਾਜੇ ਜਨਕ ਦੀ ਤ੍ਰਿਪਤੀ ਨਹੀਂ ਹੋਈ। ਅਸ਼ਟਾਵਕਰ ਜੀ ਦੀ ਵਾਰੀ ਆਈ। ਅਸ਼ਟਾਵਕਰ ਜੀ ਨੂੰ ਰਾਜੇ ਨੇ ਸਨਮੁਖ ਹੋ ਕੇ ਕਿਹਾ ਮੈਂ ਤੁਹਾਡੇ ਤੋਂ ਦੀਖਿਆ ਲੈਣ ਵਾਸਤੇ ਤੁਹਾਨੂੰ ਆਪਣਾ ਗੁਰੂ ਧਾਰਨ ਕਰਨਾ ਹੈ। ਮੈਨੂੰ ਗਿਆਨ ਉਨੇ ਸਮੇਂ ਵਿੱਚ ਚਾਹੀਦਾ ਹੈ, ਮੈਂ ਘੋੜੇ ਦੀ ਰਕਾਬ ਵਿੱਚ ਪੈਰ ਰੱਖ ਕੇ ਪਲਾਕੀ ਮਾਰਾਂ, ਘੋੜੇ ਤੇ ਬਹਿੰਦਿਆਂ ਸਾਰ ਮੈਨੂੰ ਗਿਆਨ ਹੋ ਜਾਵੇ। ਤਾਂ ਅਸ਼ਟਾਵਕਰ ਜੀ ਕਹਿਣ ਲੱਗੇ ਕਿ ਰਾਜਨ, ਗੁਰ ਦੀਖਿਆ ਲੈਣ ਵਾਸਤੇ ਪਹਿਲਾਂ ਭੇਟਾ ਚਾਹੀਦੀ ਹੈ, ਤੁਸੀਂ ਸਾਨੂੰ ਭੇਟਾ ਅਰਪਣ ਕਰੋ ਪਹਿਲਾਂ। ਰਾਜਾ ਜਨਕ ਕਹਿਣ ਲੱਗਾ ਦੱਸੋ ਭੇਟਾ ਕਿਹੜੀ ਚਾਹੀਦੀ ਹੈ? ਮੋਤੀਆਂ ਦੇ ਥਾਲ ਮੰਗਵਾ ਦਿੰਦਾ, ਸੋਨਾ ਮੰਗਵਾ ਦਿੰਦਾ ਹਾਂ, ਰਾਜ ਭਾਗ ਮੇਰੇ ਕੋਲ ਹੈ, ਜੋ ਚਾਹੀਦਾ ਲੈ ਲਵੋ। ਕਹਿੰਦੇ ਰਾਜਨ ਭੇਟਾ ਉਹ ਚਾਹੀਦੀ ਹੈ ਜਿਹੜੀ ਤੇਰੀ ਆਪਣੀ ਹੈ। ਉਹ ਕਹਿਣ ਲੱਗੇ ਕੀ? ਉਹ ਕਹਿਣ ਲੱਗੇ ਥਾਲ ਮੋਤੀਆਂ ਦੇ, ਸੋਨਾ ਆਦਿਕ, ਰਾਜ ਭਾਗ ਇਹ ਕੀ ਤੇਰਾ ਹੈ? ਕਹਿਣ ਲੱਗੇ ਨਹੀਂ, ਪਰਮੇਸ਼ਰ ਦਾ ਦਿੱਤਾ ਹੋਇਆ ਹੈ, ਮੇਰਾ ਨਹੀਂ। ਉਹ ਕਹਿਣ ਲੱਗੇ ਫਿਰ ਇਹ ਭੇਟਾ ਨਹੀਂ ਚਾਹੀਦੀ, ਭੇਟਾ ਉਹ ਚਾਹੀਦੀ ਹੈ ਜਿਹੜੀ ਤੇਰੀ ਆਪਣੀ ਹੈ। ਤਾਂ ਉਸ ਤੋਂ ਬਾਅਦ ਰਾਜਾ ਜਨਕ ਕਹਿਣ ਲੱਗਾ ਮੇਰਾ ਸਰੀਰ ਲੈ ਲਵੋ। ਉਹ ਕਹਿੰਦੇ ਸਰੀਰ ਤੇਰਾ ਹੈ? ਕਹਿੰਦੇ ਨਹੀਂ, ਇਹ ਵੀ ਤਾਂ ਪਰਮੇਸ਼ਰ ਦਾ ਦਿੱਤਾ ਹੋਇਆ ਹੈ, ਮੇਰਾ ਕੀ ਹੈ? ਉਹ ਕਹਿਣ ਲੱਗੇ ਮੈਂ ਤੇਰੀ ਹੈ, ਬਸ ਮੈਂ ਛੱਡ ਦੇ ਤਾਂ ਤੇਰੇ ਨੂੰ ਆਪਣੇ ਆਪ ਆਤਮ ਗਿਆਨ ਹੋ ਜਾਵੇਗਾ। ਸੋ ਸਾਧ ਸੰਗਤ ਇਸੇ ਇੱਕ ਸ਼ਬਦ ਨੇ ਹੀ ਅਸ਼ਟਾਵਕਰ ਨੂੰ ਰਾਜੇ ਜਨਕ ਦਾ ਗੁਰੂ ਨਿਰਧਾਰਿਤ ਕੀਤਾ ਸੀ। ਭਾਵ ਕੀ ਹੈ, ਜਿੰਨਾ ਚਿਰ ਮੈਂ ਮੇਰੀ ਦਾ ਤਿਆਗ ਨਹੀਂ ਉਹਨਾਂ ਚਿਰ ਪ੍ਰਭੂ ਦੀ ਕਿਰਪਾ ਨਹੀਂ ਹੁੰਦੀ, ਬਖਸ਼ਿਸ਼ ਨਹੀਂ ਹੁੰਦੀ। ਸੋ ਇਸ ਲਈ ਗਿਆਨ ਦੀ ਪ੍ਰਾਪਤੀ ਮੈਂ ਮੇਰੀ ਨੂੰ ਛੱਡ ਕੇ ਹੈ। ਸਤਿਗੁਰੂ ਜੀ ਨੇ ਪਹਿਲਾਂ ਮੈਂ ਤੋਂ ਖਹਿੜਾ ਛੁਡਾਇਆ ਸਾਡਾ, ਕਿਹਾ ਵੀ ਜਿੱਥੇ ਮੈਂ ਹੈ ਉੱਥੇ ਤੂੰ ਨਹੀਂ ਆ ਸਕਦਾ। ਪਰ ਜਿਸ ਦਿਨ ਤੂੰ 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 ਦੀ ਰੱਟ ਸ਼ੁਰੂ ਹੋ ਗਈ ਨਾ, ਨਾਮ ਸਿਮਰਨ ਕਰਨ ਦਾ, ਵਾਹਿਗੁਰੂ ਵਾਹਿਗੁਰੂ ਜਪਣ ਦਾ ਅਰਥ ਹੀ ਇਹੀ ਹੈ ਕਿ ਸਾਡੇ ਅੰਦਰੋਂ ਹਉ ਮੈਂ ਖਤਮ ਹੋ ਜਾਵੇ। ਜਿੱਥੇ ਹਉ ਮੈਂ ਦਾ ਅਭਾਵ ਹੋ ਗਿਆ, ਮੈਂ ਮੇਰੀ ਬਿਲਕੁਲ ਮਿਟ ਗਈ, ਸੇਵਾ ਸਿਮਰਨ ਕਰਦਿਆਂ ਤਾਂ ਉੱਥੇ ਫਿਰ ਨਿਰੰਕਾਰ ਜੀ ਦਾ ਆਪਣੇ ਆਪ ਨਿਵਾਸ ਹੋ ਜਾਂਦਾ ਹੈ। ਸੋ ਇਸ ਪ੍ਰਕਾਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਹੇ ਭਾਈ, ਉਹਨਾਂ ਨੂੰ ਐਸਾ ਫਲ ਮਿਲਦਾ ਹੈ, ਰਾਮ ਰਮੋ ਬਡਭਾਗੀ ਹੋ, ਜਲ ਥਲ ਮਹੀਲ ਸੋਏ। ਉਸ ਪ੍ਰਭੂ ਵਾਹਿਗੁਰੂ ਜੀ ਦਾ, ਰਾਮ ਦਾ ਸਿਮਰਨ ਕਰੋ ਜਿਹੜਾ ਜਲ ਥਲ ਆਕਾਸ਼ ਹਰ ਥਾਂ ਦੇ ਉੱਤੇ ਰਮਿਆ ਹੋਇਆ ਹੈ, ਪਰਿਪੂਰਨ ਹੈ। ਨਾਨਕ ਨਾਮ ਅਰਾਧਿਆ ਬਿਗਨ ਨਾ ਲਾਗੈ ਕੋਏ। ਹੇ ਨਾਨਕ, ਨਾਮ ਦੀ ਆਰਾਧਨਾ ਕਰਨ ਦੇ ਨਾਲ, ਨਾਮ ਜਪਣ ਦੇ ਨਾਲ ਵਿਘਨ ਨਾ ਲਾਗੈ ਕੋਏ। ਵਿਘਨ ਦਾ ਅਰਥ ਹੁੰਦਾ ਹੈ ਰੁਕਾਵਟ ਪੈ ਜਾਣੀ ਜੀਵਨ ਦੇ ਵਿੱਚ। ਕਹਿੰਦੇ ਕੋਈ ਰੁਕਾਵਟ ਨਹੀਂ ਜੀਵਨ ਵਿੱਚ ਪੈਂਦੀ ਜਿਹੜੇ ਨਾਮ ਨਾਲ ਜੁੜ ਜਾਂਦੇ ਨੇ। ਮੰਨੈ ਮਾਗ ਨਾ ਚੱਲੈ ਪੰਥ, ਧਰਮ ਰਾਹ ਦੇ ਉੱਤੇ ਤੁਰਦਿਆਂ ਹੋਇਆਂ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਪੈਂਦੀ। ਮੰਨੈ ਧਰਮ ਸੇਤੀ ਸੰਬੰਧ, ਉਹਨਾਂ ਦਾ ਧਰਮ ਦੇ ਨਾਲ, ਪ੍ਰਭੂ ਨਾਲ ਸਿੱਧਾ ਸੰਬੰਧ ਬਣ ਜਾਂਦਾ ਹੈ ਜਿਹੜੇ ਪਰਮੇਸ਼ਰ ਦਾ ਨਾਮ ਮੰਨ ਕੇ ਮਨ ਵਿੱਚ ਵਸਾਉਂਦੇ ਨੇ। ਇਸ ਲਈ ਨਾਮ ਜਪਣ ਦੇ ਨਾਲ ਕੋਈ ਵਿਘਨ ਨਹੀਂ ਲੱਗਦਾ। ਤੇ ਜਿਨ੍ਹਾਂ ਨੂੰ ਨਾਮ ਭੁੱਲ ਜਾਂਦਾ ਹੈ, ਸਤਿਗੁਰੂ ਜੀ ਕਹਿੰਦੇ ਕੋਟ ਵਿਘਨ ਤਿਸ ਲਾਗਤੇ, ਜਿਸ ਨਾਮ ਬਿਸਰੈ ਨਾਉ, ਨਾਨਕ ਅਣਦਿਨ ਬਿਲਪਤੇ ਜਿਉ ਸੁਝੇ ਕਰ ਕਾਉ। ਉਹਨਾਂ ਦੇ ਜੀਵਨ ਵਿੱਚ ਰੁਕਾਵਟਾਂ ਹੀ ਰੁਕਾਵਟਾਂ ਹਨ, ਕਰੋੜਾਂ ਹੀ ਵਿਘਨ ਨੇ। ਉਹਨਾਂ ਦੇ ਘਰਾਂ ਵਿੱਚ ਹੀ ਭੂਤਾਂ ਪ੍ਰੇਤਾਂ ਦੇ ਡੇਰੇ ਆਉਂਦੇ ਨੇ, ਉਹਨਾਂ ਦੇ ਘਰਾਂ ਵਿੱਚ ਇਸ ਤਰ੍ਹਾਂ ਦੇ ਡਰ ਵਹਿਮ ਭਰਮ ਪੈ ਰਹਿੰਦੇ ਨੇ ਜਿਹੜੇ ਰੱਬ ਤੋਂ ਬੇਮੁਖ ਹੋ ਜਾਂਦੇ ਨੇ। ਅਸਲ ਵਿੱਚ ਤਾਂ ਕਬੀਰ ਜੀ ਕਹਿੰਦੇ ਉਹ ਆਪ ਹੀ ਭੂਤ ਨੇ ਜਿਨ੍ਹਾਂ ਦੇ ਘਰੇ ਕਦੇ ਰੱਬ ਦਾ ਨਾਮ ਨਹੀਂ ਜਪਿਆ ਜਾਂਦਾ। ਉਹਨਾਂ ਤੋਂ ਵੱਡਾ ਕੋਈ ਭੂਤ ਹੀ ਨਹੀਂ ਹੈ। ਕਬੀਰ ਸਾਹਿਬ ਜੀ ਦਾ ਫੈਸਲਾ, ਕਬੀਰ ਜੇ ਘਰ ਮਰਹਟ ਸਾਰਖੇ, ਕਬੀਰ ਜੇ ਘਰ ਸਾਧਨਾ ਸੇਵੀਐ,
हर की पूजा नाहे, ते कर मरहट सार के भूत बसै तिन माहे। जिस घर दे विच परमेश्वर दा नाम नहीं, साध संगत नहीं, गुरु की बाणी दा पहरा नहीं, कहंदे ओह घर मसान भूमि वर्गा है। ते उस घर विच वसन वाले लोग सारे जिहड़े ने ओह भूत ने ते भूतनियां ने। परमेश्वर दे नाम नूं छड्ड के वेदां मैं नाम उत्तम सो सुणै है, नाहे फिर है ज्यों बेतालिया। गुरु अमरदास जी कहंदे मनुख वाहिगुरू दे नाम नूं भुला के बेतालिया भूत की तरह, प्रेतां की तरह भटकदा है। ते सतगुरु जी कहंदे कल मैं प्रेत जिनी नाम ना पछाता। जिन्हां ने वाहिगुरू दा नाम भुला दिता वो कलयुग दे विच आप ही प्रेत बन जांदे ने। कली अंदर नानका जिन्हां दा अवतार। कलयुग के समय अंदर परमेश्वर नूं भुला के गुरु नानक देव जी कहंदे भूतां पैदा हो रहीआं ने, मनुख नहीं। ਉਹਦੇ ਪਿੱਛੇ ਕਾਰਨ ਦੱਸਿਆ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਇਸਤਰੀ ਜਿਹੜੀ ਘਰ ਦਾ ਆਧਾਰ ਹੈ ਉਹ ਹੀ ਰੱਬ ਤੋਂ ਬੇਮੁਖ ਹੋ ਗਈ ਹੈ, ਇਸ ਕਰਕੇ ਉਹ ਭੂਤ ਨੇ ਭੂਤਨੀਆਂ ਨੂੰ ਜਨਮ ਦੇ ਰਹੀ ਹੈ। ਇਸ ਲਈ ਸਾਧ ਸੰਗਤ ਜੀਵਨ ਵਿੱਚ ਰੁਕਾਵਟਾਂ ਹੀ ਰੁਕਾਵਟਾਂ ਹਨ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰ ਜਾਂਦਾ ਹੈ, ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਯਾਦ ਰਹਿੰਦਾ ਹੈ, ਨਾਮ ਜਪਣ ਦੇ ਨਾਲ ਸਤਿਗੁਰੂ ਕਹਿੰਦੇ ਉਹਨਾਂ ਦੇ ਜੀਵਨ ਵਿੱਚ ਅਤੇ ਉਹਨਾਂ ਦੇ ਅਧਿਆਤਮਿਕ ਮਾਰਗ ਦੇ ਵਿੱਚ, ਪਰਮਾਰਥਕ ਮਾਰਗ ਦੇ ਵਿੱਚ ਅਤੇ ਕਿਸੇ ਵੀ ਰਾਹ ਦੇ ਉੱਤੇ ਤੁਰਦਿਆਂ, ਕਹਿਣ ਤੋਂ ਭਾਵ ਭਾਵੇਂ ਸੰਸਾਰੀ ਹੈ ਤੇ ਭਾਵੇਂ ਰੱਬੀ ਮਾਰਗ ਹੈ, ਕਿਸੇ ਪ੍ਰਕਾਰ ਦਾ ਵੀ ਕੋਈ ਵਿਘਨ ਨਹੀਂ ਲੱਗਦਾ ਹੈ। ਪੌੜੀ ਭਗਤਾਂ ਕਾ ਬੋਲਿਆ ਪਰਵਾਨ ਹੈ, ਦਰਗਹਿ ਪਵੈ ਥਾਏ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਪਿਆਰੇ ਭਗਤ ਜਨ ਜੋ ਵੀ ਬੋਲਦੇ ਨੇ ਉਹਨਾਂ ਦਾ ਬੋਲਿਆ ਪ੍ਰਵਾਨ ਹੋ ਜਾਂਦਾ ਹੈ, ਪਰ ਉਹ ਬੋਲਦੇ ਸੱਚ ਨੇ, ਨਾਮ ਹੀ ਜਪਦੇ ਨੇ। ਤੇ ਨਾਮ ਜਪਣਾ ਦਾ ਸਾਧ ਸੰਗਤ ਦਰਗਾਹ ਵਿੱਚ ਥਾਂ ਪੈਣਾ ਹੀ ਹੈ ਨਾ। ਉਹ ਝੂਠ ਨਹੀਂ ਬੋਲਦੇ, ਉਹ ਕੁਫਰ ਨਹੀਂ ਤੋੜਦੇ, ਘੱਟ ਨਹੀਂ ਤੋੜਦੇ, ਧੋਖਾ ਨਹੀਂ ਕਰਦੇ, ਉਹ ਫਿੱਕੇ ਵਚਨ ਨਹੀਂ ਬੋਲਦੇ ਜਿਹੜੇ ਪ੍ਰਭੂ ਦਾ ਨਾਮ ਜਪਦੇ ਨੇ। ਇਸ ਲਈ ਉਹ ਆਪਣੀ ਰਸਨਾ ਤੋਂ ਜੋ ਵੀ ਬੋਲਦੇ ਨੇ, ਗੁਰ ਕਾ ਸਾਧ ਬਚਨ ਅਟਲਾਦਾ, ਉਹਨਾਂ ਦੇ ਬਚਨ ਅਟਲ ਹੋ ਜਾਂਦੇ ਨੇ, ਦਰਗਾਹ ਵਿੱਚ ਪ੍ਰਵਾਨ ਹੁੰਦੇ ਹਨ। ਭਗਤਾਂ ਤੇਰੀ ਟੇਕ ਰੱਤੇ ਸੱਚ ਨਾਏ। ਤੇ ਭਗਤਾਂ ਨੂੰ ਹੈ ਪ੍ਰਭੂ ਤੇਰੀ ਟੇਕ, ਤੇਰਾ ਆਸਰਾ ਹੈ, ਜੋ ਤੇਰੇ ਸੱਚੇ ਨਾਮ ਦੇ ਪ੍ਰੇਮ ਵਿੱਚ ਰੰਗੇ ਹੋਏ ਹਨ। ਜਿਸ ਨੂੰ ਹੋਏ ਕਿਰਪਾਲ ਤਿਸ ਕਾ ਦੁਖ ਜਾਏ। ਜਿਨ੍ਹਾਂ ਦੇ ਉੱਪਰ ਪਰਮੇਸ਼ਰ ਕਿਰਪਾਲੂ ਕਿਰਪਾ ਕਰਦਾ ਹੈ, ਤਿਸ ਕਾ ਭਾਵ ਉਹਨਾਂ ਦਾ ਦੁੱਖ ਜਾਏ, ਉਹਨਾਂ ਦਾ ਦੁੱਖ ਮਿਟ ਜਾਂਦਾ ਹੈ। ਭਗਤ ਤੇਰੇ ਦਇਆਲ ਉਹਨਾਂ ਮਿਹਰ ਪਾਏ। ਹੇ ਦਇਆ ਦੇ ਘਰ ਪ੍ਰਭੂ ਭਗਤ ਤੇਰੇ ਆਪਣੇ ਨੇ, ਭਗਤ ਤੇਰੇ ਮਨ ਭਾਵਦੇ, ਦਰ ਸੋਹਣ ਕੀਰਤ ਗਾਮਦੇ। ਤੈਨੂੰ ਭਗਤ ਪਿਆਰੇ ਲੱਗਦੇ ਨੇ, ਤੂੰ ਉਹਨਾਂ ਤੇ ਦਇਆ ਕਰਦਾ ਹੈ। ਦੁੱਖ ਦਰਦ ਵੱਡ ਰੋਗ ਨਾ ਪੋਹੇ ਤਿਸ ਮਾਏ। ਤੇ ਭਗਤਾਂ ਨੂੰ ਪ੍ਰਭੂ ਸਿਮਰਨ ਕਰਨ ਕਰਕੇ ਕਿਸੇ ਪ੍ਰਕਾਰ ਦਾ ਵੱਡੇ ਤੋਂ ਵੱਡਾ ਰੋਗ, ਦੁੱਖ ਦਰਦ ਜਿਹੜਾ ਹੈ ਉਹ ਦੁਖੀ ਨਹੀਂ ਕਰਦਾ। ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਅਤੇ ਮਾਇਆ ਵੀ ਉਹਨਾਂ ਦੇ ਜੀਵਨ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ, ਮਾਇਆ ਵੀ ਆਪਣੇ ਵੱਲ ਨਹੀਂ ਖਿੱਚ ਸਕਦੀ, ਜਿਹੜੇ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਗਏ ਹਨ। ਭਗਤਾਂ ਇਹੋ ਆਧਾਰ ਗੁਣ ਗੋਬਿੰਦ ਗਾਏ। ਪਰ ਭਗਤਾਂ ਨੂੰ ਇਹੀ ਆਸਰਾ ਹੁੰਦਾ ਹੈ ਕਿ ਉਹ ਸਦਾ ਹੀ ਮਾਲਕ ਦੇ ਵਾਹਿਗੁਰੂ ਦੇ ਗੁਣਾਂ ਦਾ ਗਾਇਨ, ਪ੍ਰਭੂ ਸਿਮਰਨ ਕਰਦੇ ਹਨ। ਸਦਾ ਸਦਾ ਦਿਨ ਰੈਣ ਇੱਕੋ ਇੱਕ ਧਿਆਏ। ਸਦਾ ਸਦਾ ਭਾਵ ਸਦੀਵ ਕਾਲ ਲਈ ਦਿਨ ਰਾਤ ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ। ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ। ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਦੂਜੀ ਛੋੜ ਕੁਵਾਟੜੀ ਇੱਕ ਸੌ ਚਿਤ ਲਾਏ। ਦੂਜੇ ਭਾਵੀ ਨਾਨਕਾ ਵਹਿਣ ਲੜੰਦੜੀ ਜਾਏ। ਇਸ ਲਈ ਪ੍ਰਭੂ ਦੇ ਪਿਆਰੇ ਇੱਕੋ ਨੂੰ ਸਿਮਰਦੇ ਨੇ। ਤੈਂ ਧਰਿਓ ਇੱਕ, ਤੈਂ ਪੜ੍ਹਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਵਖਾਣਿਓ। ਨੈਣ ਬੈਣ ਦੋ ਇੱਕ, ਇੱਕ ਦੋ ਠਾਏ ਨਾ ਜਾਣਿਓ। ਸੁਪਨ ਇੱਕ, ਪ੍ਰਤੱਖ ਇੱਕ, ਇੱਕ ਸਮੈ ਲੀਨੋ। ਹੇ ਗੁਰੂ ਅਮਰਦਾਸ ਜੀ, ਤੁਸੀਂ ਇੱਕ ਨੂੰ ਹੀ ਪੜ੍ਹਿਆ, ਇੱਕ ਨੂੰ ਹੀ ਸਿਮਰਿਆ, ਇੱਕ ਵਿੱਚ ਹੀ ਧਿਆਨ ਕੀਤਾ ਹੈ। ਇਸ ਲਈ ਇੱਕ ਵਿੱਚ ਬਿਰਤੀ ਲਾ ਕੇ ਰੱਖਦੇ ਨੇ।
ਉਹ ਸਦਾ ਦਿਨ ਰਾਤ ਇੱਕੋ ਦਾ ਹੀ ਸਿਮਰਨ, ਇੱਕੋ ਦਾ ਹੀ ਧਿਆਨ ਕਰਦੇ ਹਨ। ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ। ਤੇ ਪਾਤਸ਼ਾਹ ਜੀ ਕਹਿੰਦੇ ਪ੍ਰਭੂ ਪਰਮੇਸ਼ਰ ਦਾ ਪਵਿੱਤਰ ਨਾਮ ਜੋ ਅਮਰ ਕਰਨ ਵਾਲਾ ਹੈ, ਉਸ ਨੂੰ ਪੀ ਪੀ ਕੇ ਤ੍ਰਿਪਤ ਹੁੰਦੇ ਹਨ। ਜਨ ਨਾਮੇ ਰਹੇ ਅਗਾਏ। ਤੇਰੇ ਸੇਵਕ ਜਨ ਜਿਹੜੇ ਨੇ, ਭਗਤ ਜਨ ਜਿਹੜੇ ਹਨ, ਉਹ ਨਾਮ ਦੇ ਨਾਲ ਰੱਜ ਜਾਂਦੇ ਨੇ, ਤ੍ਰਿਪਤ ਹੋ ਜਾਂਦੇ ਹਨ। ਸੋ ਇੰਨੇ ਸ਼ਬਦ ਪ੍ਰਵਾਨ ਕਰਨੇ ਜੀ। ਵਿਚਾਰ ਕਰਦੇ ਭੁੱਲਾਂ ਦਾ ਹੋਣਾ ਸੁਭਾਵਿਕ ਹੈ। ਸਤਿਗੁਰਾਂ ਦੇ ਗੁਰੂ ਰੂਪ ਸੰਗਤ ਦੇ ਚਰਨਾਂ ਵਿੱਚੋਂ ਭੁੱਲਾਂ ਚੁੱਕਾਂ ਦੀ ਖਿਮਾ। ਕੋਟਾਨ ਕੋਟ ਧੰਨਵਾਦ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਆਪ ਗੁਰੂ ਰੂਪ ਸੰਗਤ ਦਾ। ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।